ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਮੇਰਾ ਲਾਗੋ ਰਾਮ ਸਿਓ ਹੇਤ, ਸਤਿਗੁਰ ਮੇਰਾ ਸਦਾ ਸਹਾਈ। ਜਿਨ ਦੁਖ ਕਾ ਕਾਟਿਆ ਕੀਤ, ਧਨਾਸਰੀ ਮਹੱਲਾ ਪੰਜਵਾ। ਮੇਰਾ ਲਾਗੂ ਰਾਮ ਸਿਉ ਹੇਤ, ਸਤਿਗੁਰ ਮੇਰਾ ਸਦਾ ਸਹਾਈ। ਜਿਨ ਦੁਖ ਕਾ ਕਾਟਿਆ ਕੀਤ, ਰਹਾਉ। ਹਾਥ ਦੇ ਰਾਖਿਓ ਆਪਣਾ ਕਰ, ਬਿਰਥਾ ਸਗਲ ਮਿਟਾਈ। ਨਿੰਦਕ ਕੇ ਮੁਖ ਕਾਲੇ ਕੀਨੇ, ਜਨ ਕਾ ਆਪ ਸਹਾਈ। ਸਾਚਾ ਸਾਹਿਬ ਹੁਆ ਰਖਵਾਲਾ, ਰਾਖ ਲਿਏ ਕੰਠ ਲਾਏ। ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਸਾਚਾ ਸਾਹਿਬ ਹੁਆ ਰਖਵਾਲਾ, ਰਾਖ ਲਿਏ ਕੰਠ ਲਾਏ। ਨਿਰਭਉ ਭਏ ਸਦਾ ਸੁਖ ਮਾਣੇ, ਨਾਨਕ ਹਰ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਤੰਤਾ ਦੇ ਜੋਗ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁਖ ਵਾਕ ਦੀ ਕਥਾ ਅਤੇ ਗੁਰੂ ਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਦੇਸ਼ ਵਿਦੇਸ਼ਾਂ ਦੇ ਅੰਦਰ ਘਰਾਂ ਵਿੱਚ PTC ਦੇ ਮਾਧਿਅਮ ਰਾਹੀਂ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ, ਹਲਤ ਪਲਤ ਦੇ ਰਾਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁਖ ਵਾਕ ਸ਼ਹੀਦਾਂ ਦੇ ਸਿਰ ਤਾਜ, ਬਾਣੀ ਕੇ ਬੋਹਿਤ ਕਲਯੁਗੀ ਜੀਵਾਂ ਦੇ ਉਧਾਰਕ, ਸ਼ਾਂਤੀ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ
ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਹੁਕਮਨਾਮੇ ਵਿੱਚ ਦਰਸਾਇਆ ਹੈ ਕਿ ਜਿਨ੍ਹਾਂ ਦਾ ਪਿਆਰ ਵਾਹਿਗੁਰੂ ਨਾਲ ਲੱਗ ਜਾਂਦਾ ਹੈ, ਵਾਹਿਗੁਰੂ ਉਹਨਾਂ ਦੀ ਹਰ ਪ੍ਰਕਾਰ ਸਹਾਇਤਾ ਕਰਦਾ ਹੈ, ਰੱਖਿਆ ਕਰਦਾ ਹੈ। ਤੇ ਸਾਨੂੰ ਸਦਾ ਹੀ ਉਸ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਨੇ, ਉਹਦੀ ਉਪਮਾ ਕਰਨੀ ਚਾਹੀਦੀ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁਖ ਵਾਕ ਦੀ ਵਿਚਾਰ ਸਾਂਝੀ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਰਾਗ ਧਨਾਸਰੀ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ੍ਰੀ ਮੁਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 675 ਤੇ ਸੁਭਾਏਮਾਨ ਹੈ। ਔਰ ਧਨਾਸਰੀ ਦਾ ਸਮਾਂ 12 ਤੋਂ 3 ਵਜੇ ਤੀਕਰ ਹੈ। ਧਨਾਸਰੀ ਆਣ ਮਤਾਂ ਦੇ ਵਿੱਚ ਰਾਗਣੀ ਵੀ ਮੰਨੀ ਗਈ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇਹਦਾ ਜ਼ਿਕਰ ਆਇਆ ਹੈ। ਧਨਾਸਰੀ ਧਨਵੰਤੀ ਜਾੜੀਆਂ ਭਾਈ। ਧਨਵੰਤੀ ਇਹ ਪੁਲਿੰਗ ਸ਼ਬਦ ਹੈ, ਇਸਤਰੀ ਵਾਚਕ ਹੈ। ਇਹਦੇ ਤੋਂ ਵਿਦਵਾਨਾਂ ਨੇ ਇਹਨੂੰ ਰਾਗਣੀ ਦਾ ਵੀ ਦਰਜਾ ਦਿੱਤਾ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਇਹ ਅੱਜ ਦਾ ਪਾਵਨ ਉਪਦੇਸ਼ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ। ਮੇਰਾ ਲਾਗੂ ਰਾਮ ਸਿਓ ਹੇਤ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮੇਰਾ ਰਮੇ ਹੋਏ ਰਾਮ ਪਰਮੇਸ਼ਰ ਵਾਹਿਗੁਰੂ ਦੇ ਨਾਲ ਹੇਤ ਪ੍ਰੇਮ ਲੱਗਾ ਹੈ। ਸਤਿਗੁਰ ਮੇਰਾ ਸਦਾ ਸਹਾਈ। ਮੇਰਾ ਸਤਿਗੁਰੂ ਸਦਾ ਹੀ ਮੇਰੇ ਸਹਾਇਕ ਹੈ, ਮੇਰੇ ਅੰਗ ਸੰਗ ਹੈ। ਸਦਾ ਅੰਗ ਸੰਗੇ ਅਪੰਗੰ ਬੇਭੂਤੇ। ਉਹ ਸਦੀਵ ਕਾਲ ਹੀ ਅੰਗ ਸੰਗ ਹੋ ਕੇ ਰੱਖਿਆ ਕਰਦਾ ਹੈ ਜਿਹੜੇ ਉਸ ਵਾਹਿਗੁਰੂ ਨਾਲ ਪ੍ਰੇਮ ਕਰਦੇ ਨੇ, ਪਿਆਰ ਕਰਦੇ ਨੇ। ਜਿੱਤਾ ਹਰ ਆਰਾਧੀਆ ਤਿੱਤਾ ਹਰ ਮਿਤ ਸਹਾਈ। ਜਿੱਥੇ ਵੀ ਉਸ ਵਾਹਿਗੁਰੂ ਮਿੱਤਰ ਨੂੰ ਯਾਦ ਕਰੀਏ, ਸਤਿਗੁਰੂ ਜੀ ਕਹਿੰਦੇ ਉਹ ਮਿੱਤਰ ਵਾਹਿਗੁਰੂ ਉੱਥੇ ਹੀ ਸਹਾਇਤਾ ਕਰਦਾ ਹੈ। ਸਤਿਗੁਰ ਮੇਰਾ ਸਦਾ ਸਹਾਈ। ਮੇਰਾ ਸਤਿਗੁਰੂ ਸਦਾ ਹੀ ਮੇਰੀ ਸਹਾਇਤਾ ਕਰਨ ਵਾਲਾ ਹੈ। ਸਤਿਗੁਰੂ ਆਪਣੇ ਸਿੱਖ ਦੀ ਬਾਂਹ ਸਦਾ ਹੀ ਪਕੜ ਕੇ ਰੱਖਦਾ ਹੈ। ਇੱਕ ਵਾਰੀ ਇੱਕ ਸਿੰਘ ਤੇ ਉਹਦੀ ਸਿੰਘਣੀ ਦੋਵੇਂ ਜੀ ਘੋੜੇ ਤੇ ਸਵਾਰ ਹੋ ਕੇ
ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਸੀ। ਜਿੱਥੇ ਰਾਤ ਪਈ ਉੱਥੇ ਉਹਨਾਂ ਨੇ ਵਿਸਰਾਮ ਕੀਤਾ। ਉੱਥੇ ਇੱਕ ਮੁਗਲ ਵੀ ਉਤਰਿਆ ਹੋਇਆ ਸੀ। ਤੇ ਮੁਗਲ ਨੇ ਰਾਤ ਹੀ ਉਹ ਸਿੰਘ ਨੂੰ ਪੁੱਛਿਆ ਵੀ ਤੁਸੀਂ ਕਿੱਥੇ ਜਾਣਾ ਹੈ? ਕਹਿਣ ਲੱਗੇ ਜੀ ਅਸੀਂ ਨਨਕਾਣਾ ਸਾਹਿਬ ਜਾਣਾ ਹੈ। ਕਹਿਣ ਲੱਗਾ ਫਿਰ ਤਾਂ ਵਧੀਆ ਹੋਇਆ, ਆਪਣਾ ਸਾਥ ਬਣ ਗਿਆ। ਤੋ ਸਤਿਗੁਰੂ ਜੀ ਦੀ ਕਿਰਪਾ ਸਦਕਾ ਉਹ ਸਿੰਘ ਵੀ ਕਹਿਣ ਲੱਗਾ ਠੀਕ ਹੈ, ਆਪਾਂ ਸਵੇਰ ਸਾਰ ਅੰਮ੍ਰਿਤ ਵੇਲੇ ਤੁਰਾਂਗੇ। ਮੁਗਲ ਦੇ ਮਨ ਵਿੱਚ ਖੁਟਿਆਈ ਸੀ। ਉਹਨੇ 2 ਵਜੇ ਹੀ ਰਾਤ ਨੂੰ ਸਿੰਘ ਨੂੰ ਉਠਾ ਦਿੱਤਾ, ਪਿਆਓ ਚੱਲੀਏ। ਸਿੰਘ ਨੇ ਵਿਚਾਰਿਆ ਵੀ ਅਜੇ 2 ਵਜੇ ਨੇ, ਇਹ ਹੁਣੇ ਹੀ ਚੱਲਣ ਵਾਸਤੇ ਕਹਿ ਰਿਹਾ ਏ, ਇਹਦੇ ਮਨ ਵਿੱਚ ਕੋਈ ਖੋਟਾ ਭਾਨ ਹੈ। ਤੇ ਉਸ ਵੇਲੇ ਉਸ ਮੁਗਲ ਨੇ ਕਿਹਾ, ਕਹਿਣ ਲੱਗਾ ਵੀ ਮੈਂ ਤੁਹਾਡੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਾਸਤਾ ਪਾ ਕੇ ਕਹਿਣਾ ਹਾਂ। ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਮੈਂ ਤੁਹਾਨੂੰ ਕੁਝ ਨਹੀਂ ਕਹਾਂਗਾ। ਗੁਰੂ ਕੇ ਸਿੰਘ ਨੇ ਯਕੀਨ ਕੀਤਾ ਵੀ ਇਹਨੇ ਮੇਰੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਵਿੱਚ ਲੈ ਆਂਦਾ ਹੈ, ਤੇ ਹੁਣ ਮੈਨੂੰ ਭਰੋਸਾ ਕਰਨਾ ਚਾਹੀਦਾ ਹੈ। ਭਰੋਸਾ ਕਰਕੇ ਤੁਰ ਪਏ। ਜਦੋਂ ਅੱਗੇ ਜੰਗਲ ਆਇਆ, ਉਹ ਜੰਗਲ ਦੇ ਵਿੱਚ ਜਾ ਕਰਕੇ ਉਸ ਮੁਗਲ ਨੇ ਸਿੰਘ ਦੇ ਛੁਰਾ ਮਾਰ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਤੇ ਜੋ ਉਹ ਸਿੰਘ ਦੀ ਘਰਵਾਲੀ ਬੀਬੀ ਸੁੰਦਰ ਸਰੂਪ ਸੀ, ਉਹਨੂੰ ਆਪਣੇ ਘੋੜੇ ਤੇ ਬਿਠਾ ਕਰਕੇ ਤੁਰ ਗਿਆ। ਬੀਬੀ ਪਿੱਛਾ ਭੌਂ ਭੌਂ ਕੇ ਵੇਂਦੀ ਹੈ ਤੇ ਮੁਗਲ ਪੁੱਛਦਾ ਵੀ ਤੇਰੇ ਪਤੀ ਨੂੰ ਮੈਂ ਮਾਰ ਘੱਤਿਆ ਹੈ ਤੇ ਤੂੰ ਪਿੱਛਾ ਭੌਂ ਭੌਂ ਕੇ ਕੀ ਵੇਹਨੀ ਹੈ? ਤੇ ਬੀਬੀ ਕਹਿੰਦੀ ਜਿਹੜੇ ਸਤਿਗੁਰੂ ਜੀ ਦੀ ਤੂੰ ਜਾਮਣੀ ਦੇ ਕੇ ਤੁਰਿਆ ਸੀ ਨਾ, ਮੈਂ ਉਹਨੂੰ ਤੱਕਦੀ ਹਾਂ ਵੀ ਉਹ ਕਦੋਂ ਆਵੇਗਾ। ਸੰਗਤ ਜੀ, ਸਾਖੀਕਾਰਾਂ ਨੇ ਜ਼ਿਕਰ ਕੀਤਾ ਹੈ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ 5 ਪਿਆਰਿਆਂ ਦੇ ਸਮੇਤ ਉੱਥੇ ਪਹੁੰਚੇ ਤੇ ਉਸ ਮੁਗਲ ਨੂੰ ਮੌਤ ਦੇ ਘਾਟ ਉਤਾਰਿਆ। ਤੇ ਬੀਬੀ ਨੂੰ ਪੁੱਛਿਆ ਵੀ ਤੇਰਾ ਪਤੀ ਕਿੱਥੇ ਹੈ? ਬੀਬੀ ਨੇ ਕਿਹਾ ਮਹਾਰਾਜ ਮੇਰਾ ਪਤੀ ਇਸ ਮੁਗਲ ਨੇ ਮਾਰ ਦਿੱਤਾ ਹੈ। ਕਹਿਣ ਲੱਗੇ ਬੀਬੀ ਸਾਡੇ ਨਾਲ ਚੱਲ, ਕਿੱਥੇ ਹੈ ਤੇਰਾ ਪਤੀ? ਬੀਬੀ ਅੱਗੇ ਅੱਗੇ ਜਾ ਰਹੀ ਹੈ। ਸਤਿਗੁਰੂ ਜੀ 5 ਪਿਆਰਿਆਂ ਦੇ ਸਹਿਤ ਪਿੱਛੇ ਪਿੱਛੇ ਜਾ ਰਹੇ ਨੇ। ਜਿੱਥੇ ਉਹ ਸਿੰਘ
ਸੰਗਤ ਜੀ ਪਿਆਸ ਹੀ ਨਾ ਹਜੂਰ ਨੇ ਜਾ ਕਰਕੇ ਉਹਦੇ ਮੱਥੇ ਨਾਲ ਆਪਣਾ ਮੁਬਾਰਕ ਚਰਨ ਛੁਹਾ ਕੇ ਉਹਨੂੰ ਜਿੰਦਾ ਕਰ ਦਿੱਤਾ। ਸਤਿਗੁਰ ਮੇਰਾ ਸਦਾ ਸਹਾਈ, ਮੇਰਾ ਸਤਿਗੁਰੂ ਸਦਾ ਹੀ ਮੇਰੀ ਸਹਾਇਤਾ ਕਰਨ ਵਾਲਾ ਹੈ, ਮੇਰੀ ਰੱਖਿਆ ਕਰਨ ਵਾਲਾ ਹੈ। ਜਿਨ ਦੁਖ ਕਾ ਕਾਟਿਆ ਕੀਤ, ਜਿਸ ਸਤਿਗੁਰਾਂ ਨੇ ਕਿਰਪਾ ਕਰਕੇ ਦੁੱਖ ਦਾ ਘਰ, ਦੁੱਖ ਦਾ ਧਰੂ ਤਾਰਾ, ਅਗਿਆਨ ਕੱਟ ਦਿੱਤਾ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਨੇ, ਹਾਥ ਦੇ ਰਾਖਿਓ ਆਪਣਾ ਕਰ। ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਨੇ ਆਪਣਾ ਸੇਵਕ ਬਣਾ ਕੇ, ਆਪਣਾ ਕਰਕੇ, ਹੱਥ ਦੇ ਕੇ ਸਾਡੀ ਰੱਖਿਆ ਕੀਤੀ, ਬਿਰਥਾ ਸਗਲ ਮਿਟਾਈ। ਅਤੇ ਜਿਹੜੀ ਜੰਮਣ ਮਰਨ ਦੀ ਪੀੜਾ ਸੀ ਉਹ ਵੀ ਸਾਰੀ ਮਿਟਾ ਦਿੱਤੀ ਹੈ। ਨਿੰਦਕ ਕੇ ਮੁਖ ਕਾਲੇ ਕੀਨੇ, ਜਿਹੜੇ ਨਿੰਦਿਆ ਕਰਨ ਵਾਲੇ ਸੀ ਉਹਨਾਂ ਨਿੰਦਕਾਂ ਦੇ ਮੁਖ ਸਤਿਗੁਰੂ ਜੀ ਨੇ ਕਾਲੇ ਕੀਤੇ ਨੇ। ਸੰਗਤ ਜੀ, ਹਜੂਰ ਦਾ ਫਰਮਾਨ ਹੈ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ। ਨਿੰਦਿਆ ਕਿਸੇ ਦੀ ਵੀ ਕਰਨੀ ਚੰਗੀ ਨਹੀਂ, ਪਰ ਜਿਨ੍ਹਾਂ ਨੂੰ ਨਿੰਦਿਆ ਦਾ ਰਸ, ਜਿਨ੍ਹਾਂ ਨੂੰ ਨਿੰਦਿਆ ਦਾ ਸਵਾਦ ਪੈ ਜਾਂਦਾ ਹੈ, ਉਹ ਨਿੰਦਿਆ ਕਰਨ ਤੋਂ ਬਾਜ਼ ਨਹੀਂ ਆਉਂਦੇ। ਨਿੰਦਿਆ ਕੀ ਹੈ? ਕਿਸੇ ਦੀ ਪਿੱਠ ਪਿੱਛੇ ਗੱਲ ਕਰਨੀ, ਇਹ ਨਿੰਦਿਆ ਹੈ। ਕਿਸੇ ਮੂੰਹ ਤੇ ਉਹਨੂੰ ਗੱਲ ਕਹਿ ਦੇਣੀ, ਇਹ ਨਿੰਦਿਆ ਨਹੀਂ, ਇਹ ਸੱਚ ਹੈ। ਤੇ ਪਰ ਅੱਜ ਜਦੋਂ ਅਸੀਂ ਵੇਖਦੇ ਹਾਂ ਸਾਡਾ ਰੁਝਾਨ ਨਿੰਦਿਆ ਵਾਲੇ ਪਾਸੇ ਜ਼ਿਆਦਾ ਹੈ। ਭਗਤ ਕਬੀਰ ਸਾਹਿਬ ਜੀ ਨੂੰ ਕਿਸੇ ਪ੍ਰੇਮੀ ਨੇ ਆਣ ਕੇ ਬੇਨਤੀ ਕੀਤੀ, ਕਹਿਣ ਲੱਗੇ ਭਗਤ ਜੀ, ਫਲਾਣੇ ਤਾਂ ਤੇ ਬੰਦੇ ਬੈਠੇ ਹੋ ਤੁਹਾਡੀ ਨਿੰਦਿਆ ਕਰੀ ਜਾਂਦੇ ਨੇ। ਤੇ ਭਗਤ ਜੀ ਕਹਿੰਦੇ ਠੀਕ ਹੈ, ਕਰਦੇ ਤੇ ਕਰੀ ਜਾਣ। ਭਗਤ ਜੀ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਕਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਭਗਤ ਜੀ ਕਹਿੰਦੇ ਐ ਦੁਨੀਆ ਦੇ ਲੋਕੋ, ਮੇਰੀ ਨਿੰਦਿਆ ਕਰੋ, ਮੇਰੀ ਨਿੰਦਿਆ ਕਰੋ। ਫਿਰ ਅਖੀਰਲੀਆਂ ਪੰਕਤੀਆਂ ਵਿੱਚ ਜਾ ਕੇ ਕਹਿੰਦੇ ਨੇ, ਨਿੰਦਕ ਡੂਬਾ ਹਮ ਉਤਰੇ ਪਾਰ। ਨਿੰਦਕ ਨਿੰਦਿਆ ਦੀ ਪੰਡ ਚੁੱਕ ਕੇ ਸੰਸਾਰ ਸਮੁੰਦਰ ਵਿੱਚ ਡੁੱਬ ਗਿਆ, ਅਸੀਂ ਹੌਲੇ ਪਾਰ ਹੋ ਕੇ ਤਰ ਗਏ ਹਾਂ। ਨਿੰਦਕ ਹਮੇਸ਼ਾ ਹੀ ਸੰਸਾਰ ਵਿੱਚ ਡੁੱਬ ਜਾਂਦਾ ਹੈ, ਤੇ ਜਿਹਦੀ ਨਿੰਦਿਆ ਹੁੰਦੀ ਹੈ ਸੰਗਤ ਜੀ, ਉਹ ਤਰ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਨਿੰਦਕ ਕੇ ਮੁਖ ਕਾਲੇ ਕੀਨੇ। ਜਿਹੜੇ ਨਿੰਦਿਆ ਕਰਨ ਵਾਲੇ ਸੀ ਉਹਨਾਂ ਨਿੰਦਕਾਂ ਦੇ ਮੁਖ ਵਾਹਿਗੁਰੂ ਪਰਮੇਸ਼ਰ ਨੇ ਆਪ ਕਾਲੇ ਕਰ ਦਿੱਤੇ। ਜਨ ਕਾ ਆਪ ਸਹਾਈ, ਅਤੇ ਆਪਣੇ ਸੇਵਕ ਦਾ ਵਾਹਿਗੁਰੂ ਆਪ ਸਹਾਇਕ ਹੁੰਦਾ ਹੈ। ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੀ ਨਿੰਦਾ ਕਰਦੇ ਨੇ ਸੰਗਤ ਜੀ, ਉਹ ਨਿੰਦਕ ਕੁਝ ਵੀ ਨਹੀਂ ਵਿਗਾੜ ਸਕਦੇ। ਉਹ ਨਿੰਦਿਆ ਕਰਕੇ
ਉਹਦੀ ਮੈਲ ਹੀ ਚੁੱਕਦੇ ਨੇ, ਹੋਰ ਤਾਂ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪੈਂਦਾ। ਭਗਤ ਰਵਿਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ ਨਾ। ਭਗਤ ਜੀ ਕਹਿੰਦੇ ਨੇ, ਮੈਲੇ ਕੱਪੜੇ ਕਾਹਾਂ ਲਓ ਧੋਵੋ। ਤੁਸੀਂ ਲੋਕਾਂ ਦੇ ਮੈਲੇ ਕੱਪੜੇ ਕਿੰਨਾ ਕੁ ਚਿਰ ਧੋਂਦੇ ਰਹੋਗੇ? ਕਿਸੇ ਦੀ ਨਿੰਦਿਆ ਕਰਨੀ ਸੰਗਤ ਜੀ, ਇਹ ਵੀ ਕਿਸੇ ਦੇ ਮਨ ਰੂਪੀ ਕੱਪੜਿਆਂ ਨੂੰ ਧੋਣਾ ਹੈ। ਜਿਹਦੀ ਅਸੀਂ ਨਿੰਦਿਆ ਕਰਦੇ ਨੇ ਉਹਦੀ ਮੈਲ ਲੱਥਦੀ ਹੈ ਤੇ ਸਾਡੇ ਤੇ ਚੜ੍ਹਦੀ ਜਾਂਦੀ ਹੈ। ਇਸ ਕਰਕੇ ਭਗਤ ਜੀ ਨੇ ਇਹ ਜ਼ਿਕਰ ਕੀਤਾ ਵੀ ਕਿੰਨਾ ਕੁ ਚਿਰ ਤੋਂ ਇਹ ਨਿੰਦਿਆ ਕਰ ਕਰਕੇ ਲੋਕਾਂ ਦੇ ਕੱਪੜੇ ਧੋਈ ਜਾਵੋਗੇ। ਤੇ ਆਖਰ ਤੁਹਾਨੂੰ ਇਸ ਪਾਸੇ ਤੋਂ ਮਨ ਮੋੜਨਾ ਪਵੇਗਾ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਆਪਣੇ ਸੇਵਕਾਂ ਦੀ ਆਪ ਉਹਨਾਂ ਨਿੰਦਕਾਂ ਤੋਂ ਰੱਖਿਆ ਕਰਦਾ ਹੈ ਜਿਹੜੇ ਨਿੰਦਕ ਤੁੱਲੇ ਹੁੰਦੇ ਨੇ ਵੀ ਅਸੀਂ ਇਹਨੂੰ ਸੰਸਾਰ ਵਿੱਚ ਭੰਡਣਾ ਹੈ, ਇਹਦੀ ਰੱਜ ਕੇ ਨਿੰਦਿਆ ਕਰਨੀ ਹੈ। ਵਾਹਿਗੁਰੂ ਉਹਦਾ ਵਾਲ ਵਿੰਗਾ ਨਹੀਂ ਹੋਣ ਦਿੰਦਾ, ਆਪ ਉਹਦੀ ਰਖਵਾਲੀ ਸਹਾਇਤਾ ਕਰਦਾ। ਸਾਚਾ ਸਾਹਿਬ ਹੋਆ ਰਖਵਾਲਾ, ਸੱਚਾ ਮਾਲਕ ਵਾਹਿਗੁਰੂ ਆਪ ਰੱਖਿਆ ਕਰਨ ਵਾਲਾ ਹੋਇਆ। ਰਾਖ ਲੀਏ ਕੰਠ ਲਾਏ। ਤੇ ਸੰਗਤ ਜੀ, ਜਿਨ੍ਹਾਂ ਦਾ ਬਾਡੀਗਾਰਡ ਉਹ ਵਾਹਿਗੁਰੂ ਪਰਮੇਸ਼ਰ ਹੈ ਨਾ, ਫਿਰ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ। ਤੇ ਦੁਨੀਆ ਦੇ ਅੰਦਰ ਭਾਵੇਂ ਜਿੰਨੇ ਮਰਜ਼ੀ ਅਸੀਂ ਬਾਡੀਗਾਰਡ ਲਈ ਫਿਰੀਏ, ਜਿੰਨਾ ਚਿਰ ਉਹ ਵਾਹਿਗੁਰੂ ਸਾਡੀ ਸਹਾਇਤਾ ਨਹੀਂ ਕਰਦਾ ਸੰਗਤ ਜੀ, ਉਹਨਾਂ ਚਿਰ ਵੱਡੇ ਵੱਡੇ ਬਾਡੀਗਾਰਡਾਂ ਦੇ ਹੱਥੋਂ ਹੀ ਤੁਰ ਗਏ। ਤੋ ਸਤਿਗੁਰੂ ਜੀ ਕਹਿੰਦੇ ਨੇ, ਸੱਚਾ ਮਾਲਕ ਵਾਹਿਗੁਰੂ ਆਪ ਰੱਖਿਆ ਕਰਨ ਵਾਲਾ ਹੋਇਆ ਹੈ। ਰਾਖ ਲੀਏ ਕੰਠ ਲਾਏ। ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਸਾਨੂੰ ਆਪਣੇ ਕੰਠ ਨਾਲ ਲਾ ਕੇ ਰੱਖ ਲੈਣਾ ਕੀਤਾ, ਜਨਮ ਮਰਨ ਤੋਂ ਵੀ। ਨਿਰਭਉ ਭਏ ਸਦਾ ਸੁਖ ਮਾਣੇ। ਸੱਚੇ ਪਾਤਸ਼ਾਹ ਜੀ ਕਹਿੰਦੇ, ਹੁਣ ਅਸੀਂ ਨਿਰਭਉ ਹੋ ਗਏ ਹਾਂ, ਡਰ ਤੋਂ ਰਹਿਤ ਹੋ ਗਏ ਹਾਂ। ਹੁਣ ਸਾਨੂੰ ਕਿਸੇ ਦਾ ਕੋਈ ਡਰ ਨਹੀਂ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਤੇ ਆਣ। ਅਸੀਂ ਨਾ ਕਿਸੇ ਨੂੰ ਡਰਾਉਂਦੇ ਹਾਂ ਤੇ ਨਾ ਹੀ ਹੁਣ ਕਦੇ ਕਿਸੇ ਤੋਂ ਡਰਦੇ ਹਾਂ। ਡਰਨਾ ਤੇ ਡਰਾਉਣਾ ਇਹ ਪਸ਼ੂ ਦਾ ਕੰਮ ਹੈ ਸੰਗਤ ਜੀ। ਤਗੜਾ ਪਸ਼ੂ ਮਾੜੇ ਨੂੰ ਢੁੱਡ ਮਾਰ ਕੇ ਡਰਾਉਂਦਾ ਹੈ ਤੇ ਮਾੜਾ ਪਸ਼ੂ ਡਰ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ, ਡਰਾਉਣਾ ਤੇ ਡਰਨਾ ਇਹ ਪਸ਼ੂ ਦਾ ਕੰਮ ਹੈ, ਪਰ ਅਸੀਂ ਹੁਣ ਨਿਰਭਉ ਹੋ ਗਏ ਹਾਂ, ਡਰ ਤੋਂ ਰਹਿਤ ਹੋ ਗਏ ਹਾਂ ਤੇ ਸਦਾ ਵਾਸਤੇ ਆਤਮਿਕ ਸੁਖ ਮਾਣਦੇ ਆ। ਨਾਨਕ ਹਰ ਗੁਣ ਗਾਏ। ਬੇਨਤੀ ਕਰਕੇ ਪੁੱਛਿਆ, ਮਹਾਰਾਜ ਆਪ ਜੀ ਡਰ ਤੋਂ ਕਿਵੇਂ ਰਹਿਤ ਹੋ ਗਏ ਹੋ? ਆਪ ਜੀ ਨੂੰ ਸਦੀਵ ਕਾਲ ਆਤਮਿਕ ਸੁਖ ਦੀ ਪ੍ਰਾਪਤੀ ਕਿਵੇਂ ਹੋਈ ਹੈ? ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਨਾਨਕ ਹਰ ਗੁਣ ਗਾਏ। ਹਜ਼ੂਰ ਕਹਿੰਦੇ, ਹਰੀ ਦੇ ਗੁਣ ਗਾ ਕੇ ਵਾਹਿਗੁਰੂ ਦਾ ਸਿਮਰਨ ਭਜਨ ਕਰਕੇ ਅਸੀਂ ਡਰ ਤੋਂ ਰਹਿਤ ਹੋ ਗਏ। ਹੁਣ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਤੇ ਸਦੀਵ ਕਾਲ ਸਾਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੋਈ ਹੈ। ਇਹ ਸਤਿਗੁਰਾਂ ਨੇ ਪਾਵਨ ਸ੍ਰੀ ਮੁਖ ਵਾਕ ਦੀ ਵਿਚਾਰ ਬਖਸ਼ਿਸ਼ ਕੀਤੀ ਸੀ ਸੰਗਤ ਜੀ। ਗੁਰੂ ਕਿਰਪਾ ਕਰੇ। ਰੇ ਮਨ ਰਾਮ ਸਿਉ ਕਰ ਪ੍ਰੀਤ, ਸ਼ਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਅਸੀਂ ਵੀ ਉਸ ਰਮੇ ਹੋਏ ਰਾਮ ਨਾਲ ਪ੍ਰੀਤ ਕਰੀਏ
ਕੰਨਾਂ ਨਾਲ ਉਹਦੀ ਉਪਮਾ ਸਰਵਣ ਕਰੀਏ ਤੇ ਰਸਨਾ ਨਾਲ ਉਹਦੇ ਗੁਣ ਗਾਈਏ, ਫਿਰ ਉਹ ਸਾਡੀ ਵੀ ਸਦਾ ਹੀ ਸਹਾਇਤਾ ਕਰੇਗਾ, ਸਦਾ ਸਾਡੀ ਰੱਖਿਆ ਕਰੇਗਾ। ਆਓ ਚੱਲ ਰਹੀ ਲੜੀਵਾਰ ਕਥਾ ਜੋ ਰਾਗ ਰਾਮਕਲੀ ਵਿੱਚ ਹੈ, ਪਿਆਰ ਸਹਿਤ ਸਰਵਣ ਕਰੀਏ ਜੀ। ਰਾਮਕਲੀ ਮਹੱਲਾ ਪੰਜਵਾ। ਰਾਗ ਰਾਮਕਲੀ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਨੇ। ਦਾਵਾ ਅਗਨ ਰਹੇ ਹਰ ਬੂਟ। ਦਾਵਾ ਅਗਨ, ਸੰਗਤ ਜੀ ਅੱਗ ਜਿਹੜੀ ਹੈ ਨਾ, ਇਹ ਕਈ ਪ੍ਰਕਾਰ ਦੀ ਮੰਨੀ ਹੈ। ਜਿਵੇਂ ਦਾਵਾ ਨਾਲ ਅਗਨੀ, ਜਠਰਾਗਨ ਅਗਨੀ, ਬੜਵਾ ਨਾਲ ਅਗਨੀ ਇਤਿਆਦਿਕ, ਇਹ ਕਈ ਪ੍ਰਕਾਰ ਦੀ ਅੱਗ ਹੈ। ਜਿਹੜੀ ਦਾਵਾ ਨਾਲ ਅਗਨੀ ਹੈ, ਇਹ ਲੱਕੜਾਂ ਦੇ ਵਿੱਚ ਹੁੰਦੀ ਹੈ, ਤੇ ਜਦੋਂ ਚੇਤਰ ਦੇ ਮਹੀਨੇ ਵਿੱਚ ਤੇਜ਼ ਹਵਾਵਾਂ ਚੱਲਦੀਆਂ ਨੇ ਤੇ ਸੰਗਤ ਜੀ ਉਦੋਂ ਬਾਂਸਾਂ ਨਾਲ ਕਹਿੰਦੇ ਨੇ ਤੇ ਉਹਨਾਂ ਵਿੱਚੋਂ ਅੱਗ ਪੈਦਾ ਹੁੰਦੀ ਹੈ। ਤੇ ਉਹ ਜਿਹੜੀ ਅੱਗ ਹੈ ਨਾ, ਉਹ ਜੰਗਲ ਦੇ ਜਿੰਨੇ ਵੀ ਬਿਰਛ ਆਦਿਕ ਹੁੰਦੇ ਨੇ, ਘਾਹ ਆਦਿਕ ਹੁੰਦਾ, ਉਹਨਾਂ ਨੂੰ ਸਾੜ ਦਿੰਦੀ ਹੈ। ਆਸਾ ਰਾਗ ਵਿੱਚ ਵੀ ਸਤਿਗੁਰੂ ਜੀ ਨੇ ਕਥਨ ਕੀਤਾ ਹੈ, ਦਾਵਾ ਅਗਣ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੇ ਹੋਰੀ। ਦਾਵਾ ਨਾਲ ਅਗਨੀ ਨੇ ਜੰਗਲ ਦੇ तमाम ਪੌਦੇ ਸਾੜ ਕੱਤੇ, ਪਰ ਹਜ਼ੂਰ ਕਹਿੰਦੇ ਨੇ ਕੋਈ ਕੋਈ ਬੂਟਾ ਹਰਿਆ ਰਹਿ ਗਿਆ। ਉਹ ਕਿਵੇਂ ਰਹਿ ਗਿਆ ਜੀ? ਜਿਹੜਾ ਨਦੀ ਦੇ ਕਿਨਾਰੇ ਸੀ, ਜਿਹਨੂੰ ਜਲ ਦਾ ਆਸਰਾ ਸੀ, ਤੇ ਸੰਗਤ ਜੀ ਉਸ ਬੂਟੇ ਨੂੰ ਅੱਗ ਨਹੀਂ ਪਹੁੰਚ ਸਕੀ। ਇਸ ਤਰ੍ਹਾਂ ਇਹ ਸੰਸਾਰ ਜੰਗਲ ਹੈ ਤੇ ਅਸੀਂ ਜੀਵ ਵਾਂਸਾਂ ਦੀ ਨਿਆਈ ਹਾਂ। ਤੇ ਸੰਗਤ ਜੀ ਜਦੋਂ ਪਰਾਲਬਧ ਰੂਪੀ ਹਵਾ ਚੱਲਦੀ ਹੈ ਤੇ ਫਿਰ ਇਹ ਜੀਵ ਆਪਸ ਵਿੱਚ ਕਹਿੰਦੇ ਨੇ, ਇਹਨਾਂ ਵਿੱਚੋਂ ਫਿਰ ਤ੍ਰਿਸ਼ਨਾ ਦੀ ਅੱਗ ਨਿਕਲਦੀ ਹੈ। ਤੇ ਉਹ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਨਾ, ਉਹ तमाम ਜੀਵਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਭਾਵ तमाम ਜੀਵਾਂ ਦੇ ਹਿਰਦਿਆਂ ਨੂੰ ਦੁਖੀ ਕਰਦੀ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਕੋਈ ਬੂਟਾ ਹਰਿਆ ਭਰਿਆ ਹੈ, ਜਿਹੜਾ ਸਾਧ ਸੰਗਤ ਰੂਪੀ ਨਦੀ ਦੇ ਕਿਨਾਰੇ ਤੇ ਹੈ, ਤੇ ਜਿਸ ਬੂਟੇ ਨੂੰ ਨਾਮ ਰੂਪੀ ਜਲ ਦੀ ਸਰਵਾਈ ਹੈ, ਨਾਮ ਰੂਪੀ ਜਲ ਦਾ ਆਸਰਾ ਹੈ, ਉਹ ਕੋਈ ਕੋਈ ਬੂਟਾ ਸੰਸਾਰ ਜੰਗਲ ਦੇ ਵਿੱਚ ਸੰਗਤ ਜੀ ਹਰਿਆ ਭਰਿਆ ਰਹਿੰਦਾ ਹੈ। ਦਾਵਾ ਅਗੜ ਰਹੇ ਹਰ ਬੂਟ, ਇੱਥੇ ਵੀ ਹਜ਼ੂਰ ਨੇ ਜ਼ਿਕਰ ਕੀਤਾ ਹੈ ਕਿ ਦਾਵਾ ਨਾਲ ਅਗਨੀ ਤੋਂ ਕੋਈ ਕੋਈ ਬੂਟਾ ਬਚ ਕੇ ਹਰਿਆ ਰਹਿੰਦਾ ਹੈ। ਇਸ ਤਰ੍ਹਾਂ ਕੋਈ ਕੋਈ ਜੀਵ
ਤ੍ਰਿਸ਼ਨਾ ਦੀ ਅੱਗ ਤੋਂ ਬਚ ਕੇ ਨਾਮ ਨਾਲ ਜੁੜ ਕੇ ਹਰਿਆ ਰਹਿੰਦਾ ਹੈ। ਮਾਤ ਗਰਭ ਸੰਕਟ ਤੇ ਛੂਟ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੇਵੇਂ ਹੀ ਮਾਤਾ ਦੇ ਗਰਭ ਵਿੱਚ ਵਾਹਿਗੁਰੂ ਨੇ ਆਪਣਾ ਸਿਮਰਨ ਦੇ ਕੇ ਸਾਡੀ ਰੱਖਿਆ ਕੀਤੀ ਅਤੇ ਸਾਨੂੰ ਆਵਾਗਾਉਣ ਦੇ ਸੰਕਟ ਤੋਂ ਛੁਡਾ ਲਿਆ। ਜਾ ਕਾ ਨਾਮ ਸਿਮਰਤ ਭਉ ਜਾਏ। ਜਿਸ ਵਾਹਿਗੁਰੂ ਦਾ ਨਾਮ ਸਿਮਰਦਿਆਂ ਸੰਗਤ ਜੀ 7 ਪ੍ਰਕਾਰ ਦਾ ਭਉ ਜਿਹੜਾ ਨਾ ਉਹ ਚਲਿਆ ਜਾਂਦਾ। ਤੈਸੇ ਸੰਤ ਜਨਾ ਰਾਖੈ ਹਰ ਰਾਏ। ਤੇਵੇਂ ਹੀ ਸੰਤ ਜਨਾਂ ਨੂੰ ਰਾਜਾ ਸਰੂਪ ਵਾਹਿਗੁਰੂ ਆਪ ਰੱਖਦਾ। ਐਸੇ ਰਾਖਨਹਾਰ ਦਿਆਲ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦਇਆ ਦਾ ਘਰ ਵਾਹਿਗੁਰੂ ਐਸਾ ਰੱਖਿਆ ਕਰਨ ਵਾਲਾ ਹੈ। ਜਤ ਕਤ ਦੇਖੋ ਤੁਮ ਪ੍ਰਤਪਾਲ। ਜਿੱਥੇ ਕਿਤੇ ਵੀ ਮੈਂ ਦੇਖਦਾ ਹਾਂ ਇਹ ਪ੍ਰਤਪਾਲਣਾ ਕਰਨ ਵਾਲੇ ਵਾਹਿਗੁਰੂ ਜੀ ਆਪ ਹੀ ਮੈਨੂੰ ਨਜ਼ਰ ਆਉਂਦੇ ਹੋ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਨੇ ਜਲ ਪੀਵਤ ਜਿਉ ਤਿਖਾ ਮਿਟੰਤ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਪਿਆਸੇ ਬੰਦੇ ਦਾ ਪਿਆਰ ਪਾਣੀ ਨਾਲ ਹੈ, ਜਿਹਨੂੰ ਤੇ ਲੱਗੀ ਹੋਵੇ ਪਿਆਸ ਲੱਗੀ ਹੋਵੇ ਜਿੰਨਾ ਚਿਰ ਉਹਨੂੰ ਪਾਣੀ ਨਹੀਂ ਮਿਲਦਾ ਉਹਨਾਂ ਚਿਰ ਉਹਦੀ ਪਿਆਸ ਨਹੀਂ ਮਿਟਦੀ। ਸਤਿਗੁਰੂ ਜੀ ਕਹਿੰਦੇ ਨੇ ਜਲ ਪੀਵਤ ਜਿਉ ਤਿਖਾ ਮਿਟੰਤ। ਜਲ ਪੀਂਦਿਆਂ ਸਾਰੇ ਹੀ ਜਿਵੇਂ ਤੇ ਪਿਆਸ ਜਿਹੜੀ ਉਹ ਮਿਟ ਜਾਂਦੀ ਹੈ। ਧਨ ਬਿਗਸੈ ਗ੍ਰਹਿ ਆਵਤ ਕੰਤ। ਔਰਤ ਦਾ ਪਿਆਰ ਆਪਣੇ ਪਤੀ ਨਾਲ ਹੁੰਦਾ। ਸੰਗਤ ਜੀ ਪਤੀ ਬਾਹਰ ਗਿਆ ਹੋਵੇ ਤੇ ਔਰਤ ਔਸੀਆਂ ਪਾਉਂਦੀ ਰਹਿੰਦੀ ਹੈ ਵੀ ਕਦੋਂ ਆਵੇਗਾ, ਕਦੋਂ ਮਿਲਾਪ ਹੋਵੇਗਾ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੇ ਪਤੀ ਘਰ ਵਿੱਚ ਹੈ ਨਾ ਤੇ ਫਿਰ ਔਰਤ ਨੂੰ ਪ੍ਰਸੰਨਤਾ ਹੈ। ਧਨ ਗ੍ਰਹਿ ਆਵਤ ਕੰਤ। ਇਸਤਰੀ ਨੂੰ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਪਤੀ ਘਰ ਵਿੱਚ ਆਉਂਦਾ। ਲੋਭੀ ਕਾ ਧਨ ਪ੍ਰਾਣ ਆਧਾਰ। ਲੋਭੀ ਦਾ ਪਿਆਰ ਸੰਗਤ ਜੀ ਧਨ ਪਦਾਰਥਾਂ ਨਾਲ ਹੈ। ਉਹਨੂੰ ਧਨ ਪਦਾਰਥ ਮਿਲ ਜਾਣ ਤੇ ਖੁਸ਼, ਨਾ ਮਿਲਣ ਤੇ ਫਿਰ ਉਹ ਨਾ ਖੁਸ਼ ਹੁੰਦਾ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਲੋਭੀ ਕਾ ਧਨ ਪ੍ਰਾਣ ਆਧਾਰ। ਉਹਦੇ ਪ੍ਰਾਣਾਂ ਦਾ ਆਧਾਰ ਆਸਰਾ ਜਿਹੜਾ ਨਾ ਜੀ ਉਹ ਧਨ ਪਦਾਰਥ। ਤਿਉ ਹਰ ਜਨ ਹਰ ਹਰ ਨਾਮ ਪਿਆਰ। ਐਵੇਂ ਜਿਹੜੇ ਹਰੀ ਦੇ ਪਿਆਰੇ ਵਾਹਿਗੁਰੂ ਦੇ ਸੇਵਕ ਨੇ ਉਹਨਾਂ ਦਾ ਪਿਆਰ ਹਰੇ ਭਰੇ ਕਰਨ ਵਾਲੇ ਹਰੀ ਦੇ ਨਾਮ ਨਾਲ। ਕਿਰਸਾਨੀ ਜਿਉ ਰਾਖੈ ਰਖਵਾਲਾ। ਕਿਰਸਾਨੀ ਦਾ ਅਰਥ ਹੈ ਖੇਤ। ਜਿਵੇਂ ਖੇਤ ਦੀ ਰਖਵਾਲੀ ਰਾਖਾ ਕਰਦਾ। ਮਾਤ ਪਿਤਾ ਦਇਆ ਜਿਉ ਬਾਲਾ। ਜਿਵੇਂ ਮਾਤਾ ਪਿਤਾ ਆਪਣੇ ਬਾਲਾ ਬੱਚੇ ਤੇ ਦਇਆ ਕਰਦੇ। ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ। ਸੱਜਣ ਨੂੰ ਦੇਖ ਕਰਕੇ ਸੱਜਣ ਮਿਲ ਜਾਂਦਾ। ਤਿਉ ਹਰ ਜਨ ਰਾਖੈ ਕੰਠ ਲਾਏ। ਐਵੇਂ ਹੀ ਆਪਣੇ ਪਿਆਰਿਆਂ ਨੂੰ ਵਾਹਿਗੁਰੂ ਆਪਣੇ ਕੰਠ ਨਾਲ ਲਾ ਕੇ ਰੱਖਦਾ। ਜਿਉ ਅੰਦੁਲੇ ਪੇਖਤ ਹੋਏ ਆਨੰਦ। ਜੇ ਅੰਨੇ ਨੂੰ ਅੱਖਾਂ ਮਿਲ ਜਾਣ ਉਹਨੂੰ ਦਿਸਣ ਲੱਗ ਪਵੇ ਤੇ ਸੰਗਤ ਜੀ ਉਹਦੇ ਆਨੰਦ ਦਾ ਅੰਤ ਕੋਈ ਦੂਜਾ ਬੰਦਾ ਨਹੀਂ ਪਾ ਸਕਦਾ ਵੀ ਉਹ ਕਿੰਨੇ ਕੁ ਆਨੰਦ ਵਿੱਚ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਵੇਂ ਅੰਧਲੇ ਪੇਖਤ, ਜਿਵੇਂ ਅੰਨੇ ਪੁਰਖ ਨੂੰ ਦਿਸਣ ਲੱਗ ਪਵੇ ਤੇ ਉਹ ਆਨੰਦਿਤ ਹੋ ਜਾਂਦਾ। ਗੂੰਗਾ ਭਗਤ ਗਾਵੈ ਬਹੁ ਛੰਦ। ਗੂੰਗੇ ਨੂੰ ਜ਼ਬਾਨ ਮਿਲ ਜਾਵੇ ਤੇ ਉਹ ਬੋਲਣ ਲੱਗ ਪੈਂਦਾ ਹੈ।
ਤੇ ਇਸੇ ਤਰ੍ਹਾਂ ਹੀ ਸੰਗਤ ਜੀਓ ਬਹੁਤ ਤਰੀਕਿਆਂ ਦੇ ਛੰਦ ਗਾਉਣ ਲੱਗ ਪੈਂਦਾ। ਪਿੰਗੁਲ ਪਰਬਤ ਪਰਤੇ ਪਾਰ, ਪਿੰਗਲੇ ਨੂੰ ਪੈਰ ਮਿਲ ਜਾਣ, ਲੱਤਾਂ ਮਿਲ ਜਾਣ ਤੇ ਉਹ ਪਰਬਤਾਂ ਤੋਂ ਪਾਰ ਹੋ ਜਾਂਦਾ। ਹਰਿ ਕੈ ਨਾਮ ਸਗਲ ਉਧਾਰ, ਸਤਿਗੁਰੂ ਜੀ ਕਹਿੰਦੇ ਹਰੀ ਦੇ ਨਾਮ ਨਾਲ ਜੁੜ ਕਰਕੇ ਸਾਰਿਆਂ ਦਾ ਹੀ ਪਾਰ ਉਤਾਰਾ ਹੁੰਦਾ ਹੈ। ਜਿਉ ਪਾਵਕ ਸੰਗ ਸੀਤ ਕੋ ਨਾਸ, ਜਿਵੇਂ ਅੱਗ ਦਾ ਸੰਗ ਕੀਤਿਆਂ ਠੰਡ ਦੂਰ ਹੋ ਜਾਂਦੀ ਹੈ, ਐਸੇ ਪ੍ਰਾਸ਼ਤ ਸੰਤ ਸੰਗ ਬਿਨਾਸ। ਐਸੇ ਜਿਹੜੇ ਪਾਪ ਨੇ ਨਾ, ਜਿਹੜੇ ਬੰਦੇ ਨੂੰ ਕੰਬਾਉਂਦੇ ਨੇ, ਜਿਵੇਂ ਠੰਡ ਦੇ ਸਮੇਂ ਵਿੱਚ ਕੰਬਣੀ ਛਿੜਦੀ ਹੈ ਨਾ, ਇਸੇ ਤਰ੍ਹਾਂ ਸੰਗਤ ਜੀ ਪਾਪ ਵੀ ਬੰਦੇ ਨੂੰ ਨਾ ਕੰਬਣੀ ਛੇੜਦੇ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਉਹ ਜਿਹੜੇ ਬਹੁਤ ਵੱਡੇ ਪਾਪ ਨੇ ਉਹ ਸੰਤਾਂ ਦਾ ਸੰਗ ਕੀਤਿਆਂ ਨਾਸ ਹੋ ਜਾਂਦੇ। ਜਿਉ ਸਾਬੁਨ ਕਾਪਰ ਉਜਲ ਹੋਤ, ਜਿਵੇਂ ਸਾਬਣ ਮੈਲੇ ਕੱਪੜੇ ਨੂੰ ਚਿੱਟਾ ਕਰ ਦਿੰਦਾ। ਨਾਮ ਜਪਤ ਸਭ ਭ੍ਰਮ ਭਉ ਖੋਤ, ਨਾਮ ਜਪਦਿਆਂ ਜਪਦਿਆਂ ਸੰਗਤ ਜੀ ਸਾਰਾ ਭਰਮ ਅਤੇ ਡਰ ਨਿਵਰਤ ਹੋ ਜਾਂਦਾ ਹੈ। 5 ਪ੍ਰਕਾਰ ਦਾ ਭਰਮ, 7 ਪ੍ਰਕਾਰ ਦਾ ਭਉ, ਇਹ ਸਾਰਾ ਖੋਤ ਹੋ ਜਾਂਦਾ ਹੈ, ਨਾਸ ਹੋ ਜਾਂਦਾ, ਨਿਵਰਤ ਹੋ ਜਾਂਦਾ। ਜਿਉ ਚੱਕਵੀ ਸੂਰਜ ਕੀ ਆਸ, ਜਿਵੇਂ ਚੱਕਵੀ ਨੂੰ ਸੂਰਜ ਦੀ ਆਸ ਹੈ ਮਿਲਣ ਦੀ। ਜਿਉ ਚਾਤ੍ਰਿਕ ਬੂੰਦ ਕੀ ਪਿਆਸ, ਜਿਵੇਂ ਪਪੀਏ ਨੂੰ ਸਵੰਤੀ ਬੂੰਦ ਦੀ ਪਿਆਸ ਲੱਗੀ ਰਹਿੰਦੀ ਹੈ। ਜਿਉ ਕ੍ਰੰਕ ਨਾਦ ਕਰਨ ਸਮਾਨੇ, ਜਿਵੇਂ ਹਰਨ ਦੇ ਕੰਨਾਂ ਵਿੱਚ ਸੰਗਤ ਜੀ ਕੰਡੇ ਹੀੜੇ ਦੀ ਆਵਾਜ਼ ਜਿਹੜੀ ਹੈ ਨਾ ਉਹ ਸਮਾਈ ਰਹਿੰਦੀ ਹੈ। ਤਿਉ ਹਰ ਨਾਮ ਹਰ ਜਨ ਮਨ ਹੈ ਸੁਖਾਨੇ, ਤੇਵੇਂ ਹਰੀ ਦਾ ਨਾਮ ਹਰੀ ਦੇ ਸੇਵਕਾਂ ਦੇ ਮਨ ਵਿੱਚ ਸਿਖਾਉਂਦਾ ਹੈ, ਚੰਗਾ ਲੱਗਦਾ ਹੈ। ਤੁਮਰੀ ਕਿਰਪਾ ਤੇ ਲਾਗੀ ਪ੍ਰੀਤ, ਮਹਾਰਾਜ ਤੁਹਾਡੀ ਕਿਰਪਾ ਨਾਲ ਹੀ ਮੇਰੀ ਪ੍ਰੀਤੀ ਲੱਗੀ ਹੈ ਤੁਹਾਡੇ ਚਰਨਾਂ ਨਾਲ। ਦਇਆਲ ਭਏ ਤਾ ਆਏ ਚੀਤ, ਜਦੋਂ ਆਪ ਜੀ ਦਇਆ ਦੇ ਘਰ ਵਿੱਚ ਆਏ, ਸਾਡੇ ਤੇ ਰਹਿਮਤ ਕੀਤੀ, ਤਾਂ ਹੀ ਸਾਡੇ ਚਿੱਤ ਵਿੱਚ ਆਏ ਹੋ। ਦਇਆ ਧਾਰੇ ਤਿਨ ਧਾਰਨ ਹਾਰ, ਸੰਗਤ ਜੀ ਦਇਆ ਕਰਨ ਵਾਲੇ ਵਾਹਿਗੁਰੂ ਨੇ ਦਇਆ ਕੀਤੀ। ਬੰਧਨ ਤੇ ਹੋਏ ਛੁਟਕਾਰ, ਜਨਮ ਮਰਨ ਵਿਕਾਰਾਂ ਦੇ ਬੰਧਨਾਂ ਤੋਂ ਛੁਟਕਾਰਾ ਹੋ ਗਿਆ। ਸਭ ਥਾਨ ਦੇਖੇ ਨੈਣ ਅਲੋਏ, ਸਾਰੇ ਥਾਵਾਂ ਤੇ ਇਹਨਾਂ ਅੱਖਾਂ ਦੇ ਨਾਲ ਵੇਖਣਾ ਕੀਤਾ। ਤਿਸ ਬਿਨ ਦੂਜਾ ਅਵਰ ਨਾ ਕੋਏ, ਉਸ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਦੂਜਾ ਦਿਸਿਆ ਨਹੀਂ। ਭ੍ਰਮ ਪੈ ਛੂਟੇ ਗੁਰ ਪ੍ਰਸਾਦ, ਜਿਵੇਂ ਭਾਈ ਕਨ੍ਹਈਆ ਜੀ ਮੈਦਾਨੇ ਜੰਗ ਅੰਦਰ ਸੰਗਤ ਜੀ ਜਲਦੀ ਸੇਵਾ ਕਰਦੇ ਨੇ, ਤੇ ਜਿੰਨੇ ਵੀ ਫੱਟੜ ਨੇ ਉਹਨਾਂ ਨੂੰ ਜਲ ਛਕਾਈ ਜਾਂਦੇ ਨੇ। ਕਿਸੇ ਨੇ ਸ਼ਿਕਾਇਤ ਕਰ ਦਿੱਤੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲ, ਮਹਾਰਾਜ ਅਸੀਂ ਜੰਗ ਲੜ ਕੇ ਮੁਸਲਿਆਂ ਨੂੰ ਮਾਰਦੇ ਹਾਂ ਤੇ ਭਾਈ ਕਨ੍ਹਈਆ ਪਾਣੀ ਪਿਆ ਕੇ ਉਹਨਾਂ ਨੂੰ ਫੇਰ ਤਗੜੇ ਕਰੀ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕੋਲ ਬੁਲਾਇਆ, ਆਖਿਆ ਸ਼ਿਕਾਇਤ ਆਈ ਹੈ। ਤੇ ਭਾਈ ਕਨ੍ਹਈਆ ਜੀ ਨੇ ਕਿਹਾ ਮਹਾਰਾਜ ਮੈਨੂੰ ਤਾਂ ਤੁਹਾਡੇ ਤੋਂ ਬਗੈਰ ਹੋਰ ਕੋਈ ਦਿਸਦਾ ਹੀ ਨਹੀਂ, ਸਾਰਿਆਂ ਦੇ ਵਿੱਚ ਤੁਹਾਡਾ ਰੂਪ ਦਿਸਦਾ ਹੈ, ਮੈਂ ਤਾਂ ਸਾਰਿਆਂ ਦੇ ਵਿੱਚ ਆਪ ਜੀ ਦਾ ਰੂਪ ਵੇਖ ਕੇ ਹੀ ਜਲ ਛਕਾ ਰਿਹਾ ਹਾਂ। ਸਤਿਗੁਰੂ ਜੀ ਕਹਿੰਦੇ ਜਦੋਂ ਉਹ ਅੱਖਾਂ ਨਾਲ ਸਾਰੇ ਤੱਕਦੇ ਨੇ ਨਾ, ਤੇ ਤਿਸ ਬਿਨ ਦੂਜਾ ਅਵਰ ਨ ਕੋਈ, ਉਸ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ। ਭ੍ਰਮ ਭੈ ਛੂਟੇ ਗੁਰ ਪ੍ਰਸਾਦ, ਸੰਗਤ ਜੀ ਭਰਮ ਅਤੇ ਭੈ ਗੁਰੂ ਦੀ ਕਿਰਪਾ ਨਾਲ ਨਿਵਰਤ ਹੋ ਗਏ। ਨਾਨਕ ਪੇਖਿਓ ਸਭ ਬਿਸਮਾਦ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ
ਜਦੋਂ ਭਰਮ ਭੈ ਗੁਰੂ ਦੀ ਕਿਰਪਾ ਨਾਲ ਨਿਵਰਤ ਹੋ ਗਏ ਤਾਂ ਫਿਰ ਕੀ ਵੇਖਿਆ, ਸਾਰੇ ਉਸ ਬਿਸਬਾਦ ਵਾਹਿਗੁਰੂ ਨੂੰ ਹੀ ਤੱਕਿਆ। ਰਾਮ ਕਲੀ ਮਹੱਲਾ ਪੰਜਵਾ। ਜੀ ਜੰਤ ਸਭ ਪੇਖੀਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਤਨੇ ਵੀ ਸੂਖਮ ਅਸਤੂਲ ਜੀਵ ਜੰਤੂ ਵੇਖੀ ਦੇ ਨੇ, ਪ੍ਰਭ ਸਗਲ ਤੁਮਾਰੀ ਧਾਰਨਾ। ਹੇ ਪ੍ਰਭੂ ਜੀ, ਇਹ ਸਾਰੇ ਤੁਹਾਡੀ ਟੇਕ ਲੈ ਕੇ ਬੈਠੇ ਹੋਏ ਨੇ, ਇਹ ਸਾਰੇ ਤੁਹਾਡੇ ਬਣਾਏ ਹੋਏ ਨੇ। ਇਹੋ ਮਨ ਹਰਿ ਕਾ ਨਾਮ ਉਧਾਰਨਾ। ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਇਹ ਜਿਹੜਾ ਮਨ ਹੈ ਨਾ, ਇਹਨੂੰ ਹਰੀ ਦੇ ਨਾਮ ਨਾਲ ਜੋੜਨਾ ਕਰੋ, ਤਾਂ ਹੀ ਉਧਾਰ ਹੋਵੇਗਾ। ਰਹਾਉ ਖਿਨ ਮੈਂ ਥਾਪ ਉਥਾਪੇ ਕੁਦਰਤ। ਸੰਗਤ ਜੀ, ਵਾਹਿਗੁਰੂ ਇੰਨਾ ਸਮਰੱਥ ਹੈ, ਖਿਣ ਦੇ ਵਿੱਚ ਹੀ ਉਹ ਜੀਵਾਂ ਦੀ ਸ੍ਰਿਸ਼ਟੀ ਦੀ ਉਤਪਤੀ ਕਰਦਾ ਹੈ ਤੇ ਖਿਣ ਦੇ ਵਿੱਚ ਹੀ ਲੈਤਾ ਕਰਦਾ ਹੈ। ਉਹਦੀ ਕੁਦਰਤ ਬਲਵਾਨ ਹੈ। ਸਭ ਕਰਤੇ ਕੇ ਕਾਰਨਾ। ਇਹ ਸਾਰੇ ਕਰਤੇ ਵਾਹਿਗੁਰੂ ਪਰਮੇਸ਼ਰ ਦੇ ਕਾਰਨ ਨੇ। ਕੁਦਰਤ ਵੀ ਉਹਦੇ ਅਧੀਨ ਹੈ। ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਪਾਉ ਸੁਖਸਾਰ। ਸੰਗਤ ਜੀ, ਇਹ ਸਾਰੀ ਕੁਦਰਤ ਹੈ ਤੇ ਕੁਦਰਤ ਵਾਹਿਗੁਰੂ ਦੇ ਹੁਕਮ ਵਿੱਚ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸਾਰੇ ਉਸ ਕਰਤੇ ਦੇ ਕਾਰਨ ਹਨ। ਕਾਮ ਕ੍ਰੋਧ ਲੋਭ ਝੂਠ ਨਿੰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਾਮ ਵਾਸਨਾ ਔਰ ਇਸੇ ਤਰ੍ਹਾਂ ਕ੍ਰੋਧ, ਲੋਭ, ਝੂਠ ਤੇ ਨਿੰਦਿਆ, ਸਾਧੂ ਸੰਗ ਵਿਦਾਰਨਾ। ਇਹਨਾਂ ਨੂੰ ਭਾਈ ਸਾਧੂਆਂ ਦਾ ਸੰਗ ਕਰਕੇ ਨਿਵਰਤ ਕਰਨਾ ਕਰ। ਕਾਮ, ਕ੍ਰੋਧ, ਲੋਭ, ਝੂਠ ਤੇ ਨਿੰਦਾ, ਇਹ ਪੰਜ ਨੇ। ਜਿੱਥੇ ਆਪਾਂ ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਗਿਣਦੇ ਆ ਨਾ, ਇੱਥੇ ਸਤਿਗੁਰੂ ਜੀ ਨੇ ਸੰਗਤ ਜੀ ਤਿੰਨ ਤਾਂ ਉਹਨਾਂ ਵਿੱਚੋਂ ਲਏ ਨੇ, ਕਾਮ, ਕ੍ਰੋਧ ਤੇ ਲੋਭ, ਤੇ ਦੋ ਲਏ ਨੇ ਝੂਠ ਤੇ ਨਿੰਦਾ। ਇਹ ਪੰਜ। ਤੇ ਸਤਿਗੁਰੂ ਜੀ ਕਹਿੰਦੇ, ਸਾਧੂ ਸੰਗ ਵਿਦਾਰਨਾ, ਸਾਧੂਆਂ ਦਾ ਸੰਗ ਕਰਕੇ ਇਹਨਾਂ ਪੰਜਾਂ ਦੀ ਨਿਵਰਤੀ ਕਰ। ਨਾਮ ਜਪਤ ਮਨ ਨਿਰਮਲ ਹੋਵੇ। ਨਾਮ ਜਪਦਿਆਂ ਜਪਦਿਆਂ ਮਨ ਪਵਿੱਤਰ ਹੋ ਜਾਂਦਾ। ਸੂਖੇ ਸੂਖ ਗੁਦਾਰਨਾ। ਸੰਗਤ ਜੀ, ਫਿਰ ਸੁਖ ਹੀ ਸੁਖ ਦੇ ਵਿੱਚ ਇਹਦੀ ਜੀਵ ਦੀ ਉਮਰ ਜਿਹੜੀ ਹੈ ਉਹ ਗੁਜ਼ਰਦੀ ਹੈ। ਭਗਤ ਸਰਨ ਜੋ ਆਵੇ ਪ੍ਰਾਣੀ। ਜਿਹੜਾ ਵੀ ਪ੍ਰਾਣੀ ਭਗਤਾਂ ਦੀ ਸ਼ਰਨ ਵਿੱਚ ਆਉਂਦਾ, ਤਿਸ ਈਹਾ ਊਹਾ ਨਾ ਹਾਰਣਾ। ਸੰਗਤ ਜੀ, ਫਿਰ ਇੱਥੇ ਤੇ ਉੱਥੇ ਉਹਦੀ ਹਾਰ ਨਹੀਂ ਹੁੰਦੀ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ, ਜਿਹੜੇ ਉਹਨਾਂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਉਹਨਾਂ ਦਾ ਬਚਨ ਮੰਨਦੇ ਨੇ, ਫਿਰ ਉਹਨਾਂ ਦੀ ਕਦੇ ਹਾਰ ਨਹੀਂ ਹੁੰਦੀ। ਸਿਆਣੇ ਕਹਿੰਦੇ ਨੇ, ਸੱਪ ਦੇ ਕੋਲ ਤੇ ਸਾਧੂ ਦੇ ਕੋਲ ਨਾ ਜਾਓ। ਜੇ ਜਾਂਦੇ ਹੋ ਤੇ ਫਿਰ ਉਹਦੀ ਗੱਲ ਮੰਨੋ, ਤੇ ਜੇ ਤੁਸੀਂ ਉਹਦਾ ਬਚਨ ਨਹੀਂ ਕਮਾਉਂਦੇ ਤੇ ਸੰਗਤ ਜੀ, ਫੇਰ ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ, ਜਨ ਭਗਤਨ ਕੋ ਕਹੋ ਉਹਦਾ ਮਾਨੋ, ਕੀਓ ਆਪਣੋ ਪਈ ਹੈ। ਜਿਹੜੇ ਭਗਤਾਂ ਦਾ ਬਚਨ ਨਹੀਂ ਨਾ ਮੰਨਦੇ, ਫਿਰ ਉਹਨਾਂ ਨੂੰ ਆਪਣਾ ਕੀਤਾ ਪਾਉਣਾ ਪੈਂਦਾ ਹੈ। ਉਹਨਾਂ ਦੀ ਇੱਥੇ ਵੀ ਹਾਰ ਹੁੰਦੀ ਹੈ, ਫਿਰ ਉਹਨਾਂ ਦੀ ਪਰਲੋਕ ਵਿੱਚ ਵੀ ਹਾਰ ਹੁੰਦੀ ਹੈ। ਤੇ ਸਤਿਗੁਰੂ ਜੀ ਕਹਿੰਦੇ, ਜਿਹੜੇ ਪ੍ਰਾਣੀ ਭਗਤਾਂ ਦੀ ਸ਼ਰਨ ਵਿੱਚ ਆ ਕੇ ਭਗਤਾਂ ਦਾ ਬਚਨ ਮੰਨਦੇ ਨੇ, ਬਚਨ ਤੇ ਪਹਿਰਾ ਦਿੰਦੇ ਨੇ, ਉਹ ਨਾ ਇਸ ਲੋਕ ਵਿੱਚ ਤੇ ਨਾ ਹੀ ਪਰਲੋਕ ਵਿੱਚ ਹਾਰਦੇ ਨੇ।
ਉਹਨਾਂ ਦੀ ਹਮੇਸ਼ਾ ਜਿੱਤ ਹੁੰਦੀ ਹੈ। ਸੂਖ ਦੁਖ ਇਸ ਮਨ ਕੀ ਬਿਰਥਾ। ਸੰਗਤ ਜੀ ਸੁਖ ਤੇ ਦੁੱਖ ਇਸ ਮਨ ਦੀ ਪੀੜਾ ਹੈ। ਤੁਮ ਹੀ ਆਗੈ ਸਾਰਣਾ। ਮਹਾਰਾਜ ਇਹ ਸੁਖ ਦੁੱਖ ਅਸੀਂ ਤੁਹਾਡੇ ਅੱਗੇ ਹੀ ਬੇਨਤੀ ਕਰ ਸਕਦੇ ਆ। ਤੂੰ ਦਾਤਾ ਸਭਨਾ ਜੀਆ ਕਾ। ਆਪ ਸਾਰਿਆਂ ਜੀਆਂ ਨੂੰ ਦਾਤਾਂ ਦੇਣ ਵਾਲਿਓ। ਆਪਨ ਕੀਆ ਪਾਲਣਾ। ਮਹਾਰਾਜ ਜਿਹੜੇ ਜੀਵ ਤੁਸੀਂ ਪੈਦਾ ਕੀਤੇ ਨੇ ਨਾ, ਆਪ ਉਹਨਾਂ ਦੀ ਪਾਲਣਾ ਵੀ ਕਰਦੇ ਹੋ। ਅਨੇਕ ਵਾਰ ਕੋਟ ਜਨ ਉਪਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਨੇਕਾਂ ਵਾਰ ਅਤੇ ਕਰੋੜਾਂ ਜਨ ਵਾਹਿਗੁਰੂ ਦੇ ਪਰਮੇਸ਼ਰ ਦੇ ਪਿਆਰੇ। ਨਾਨਕ ਵੰਜਾ ਵਾਰਣਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਨੇਕ ਵਾਰ ਕੋਟ ਜਨ ਉੱਪਰ। ਸੰਗਤ ਜੀ ਜਿਹੜੇ ਕਰੋੜਾਂ ਜਨ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ, ਭਗਤੀ ਕਰਨ ਵਾਲੇ, ਪਰਮੇਸ਼ਰ ਦੀ ਆਗਿਆ ਵਿੱਚ ਚੱਲਦੇ ਨੇ, ਮਹਾਰਾਜ ਕਹਿੰਦੇ ਮੈਂ ਅਨੇਕਾਂ ਵਾਰ ਉਹਨਾਂ ਨੂੰ ਨਮਸਕਾਰ ਕਰਦਾ ਹਾਂ ਅਤੇ ਉਹਨਾਂ ਤੋਂ ਵਾਰਨੇ ਫੇਰਨੇ ਜਾਂਦਾ ਹਾਂ, ਉਹਨਾਂ ਤੋਂ ਕੁਰਬਾਨ ਬਲਿਹਾਰ ਜਾਂਦਾ ਹਾਂ ਜਿਹੜੇ ਵਾਹਿਗੁਰੂ ਨਾਲ ਜੁੜੇ ਹੋਏ ਨੇ। ਇਹ ਸਤਿਗੁਰੂ ਜੀ ਨੇ ਕਿਰਪਾ ਕਰਕੇ ਰਾਮ ਕਲੀ ਰਾਗ ਵਿੱਚ ਚੱਲ ਰਹੀ ਲੜੀਵਾਰ ਕਥਾ ਦੇ ਪਾਵਨ 2 ਸ਼ਬਦਾਂ ਦੀ ਵਿਚਾਰ ਸਤਿਗੁਰਾਂ ਨੇ ਆਪ ਕਰਵਾਈ ਹੈ। ਵਿਚਾਰ ਕਰਦਿਆਂ ਤੋਂ ਬੇਅੰਤ ਭੁੱਲਾਂ ਹੋਈਆਂ ਸੰਗਤ ਜੀ। ਹੁਕਮ ਦੇ ਵਿੱਚ ਵੀ ਇਹੀ ਸੀ ਕਿ ਉਹਦੇ ਨਾਲ ਜੁੜੀਏ, ਉਹ ਰੱਖਿਆ ਕਰਦਾ ਹੈ। ਉਹਦੇ ਹੁਕਮ ਵਿੱਚ ਚੱਲੀਏ, ਉਹਦੀ ਆਗਿਆ ਵਿੱਚ ਚੱਲੀਏ, ਉਹਦੀ ਰਜਾ ਵਿੱਚ ਤੁਰੀਏ ਤੇ ਫਿਰ ਉਹ ਹਰ ਥਾਂ ਤੇ ਬਾਹ ਫੜਦਾ ਹੈ। ਉਹ ਕਦੇ ਵੀ ਹਾਰਨ ਨਹੀਂ ਦਿੰਦਾ, ਕਦੇ ਵੀ ਉਹਨਾਂ ਦੀ ਹਾਰ ਨਹੀਂ ਹੁੰਦੀ। ਸੰਗਤ ਜੀ ਜਿਹੜੇ ਉਹਦੇ ਨਾਲ ਮਨ ਕਰਕੇ ਜੁੜ ਜਾਂਦੇ ਨੇ, ਸਤਿਗੁਰੂ ਰਹਿਮਤ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਤਿਗੁਰੂ ਜੀ ਦਾ ਆਪ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਤੂੰ ਦਾਤਾ ਸਭਨਾ ਜੀਆ ਕਾ। ਆਪਨ ਕੀਆ ਪਾਲਣਾ। ਅਨੇਕ ਬਾਰ ਕੋਟ ਜਨ ਉਪਰ। ਨਾਨਕ ਵੰਜੈ ਵਾਰਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।